जी सत श्री अकाल प्यारे विद्यार्थियों अज असी 9वीं क्लास के कविता भाग विच रचित कविता समा जिस दे कवि का नाम है भाई वीर सिंह। सो आधुनिक काव्य विच असी अज जिहड़ी कविता पढ़नी है उसका जिहड़ी जानकारी है, सब तो पहला असी कवि के बारे कुछ जानकारी हासिल करते हाँ कि भाई वीर सिंह जी का जन्म कित्थे हुंदा ते उन्हां दा ਸਾਹਿਤਕ कद काठ की है। सो आओ आपां शुरू करते हाँ। एक गल ये सानू खास ध्यान देने की लोड़ है कि बेटा जदों भी तुहाडे एग्जाम होने ने उहदे विच जिहड़ा कवि आ कवि के संबंध विच तुहानू 2 नंबर का जिहड़ा सवाल आ जरूर आएगा। तुसीं चाहे कोई कहानी पढ़ रहे हो, चाहे कोई लेख रचना पढ़ रहे हो, चाहे कोई चैप्टर पढ़ रहे हो, चाहे कविता। सो उस कविता नूं लिखण वाले उस कविता के रचेता कवि बारे तुहानू 2 नंबर का जिहड़ा सवाल आ किसी भी हिसाब नाल पुछया जा सकदा। सो इस करके किसी भी कविता नूं किसी भी चैप्टर नूं पढ़न तो पहलां उस चैप्टर नूं लिखण वाले जो लेखक ने, जो ਸਾਹਿਤਕਾਰ ने, जो कहानीकार ने, उन्हां बारे तुसीं जिहड़ी जरूर जानकारी पढ़नी है। सो आओ समा कविता पढ़न तो पहलां असीं पढ़दे हाँ भाई वीर सिंह जी बारे कुछ जानकारी। भाई वीर सिंह जी का जन्म 5 दसंबर 1872 ईस्वी नूं पिता सरदार चरण सिंह ਅਤੇ माता सरदारनी उत्तम कौर ਦੇ ਘਰ ਅੰਮ੍ਰਿਤਸਰ ਵਿੱਚ ਹੋਇਆ। ਇਹ ਫੋਟੋ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਭਾਈ ਵੀਰ ਸਿੰਘ ਦੀ ਫੋਟੋ ਹੈ। ਸੋ ਆਓ ਅੱਗੇ ਪੜ੍ਹਦੇ ਹਾਂ ਕਿ ਭਾਈ ਵੀਰ ਸਿੰਘ ਜੀ ਦੇ ਪਿਤਾ ਜੀ ਅਤੇ ਉਹਨਾਂ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਉਸ ਸਮੇਂ ਦੇ ਪ੍ਰਸਿੱਧ ਵਿਦਵਾਨ ਸਨ। ਭਾਈ ਵੀਰ ਸਿੰਘ ਨੇ ਮੈਟ੍ਰਿਕ ਦੀ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ। ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ 'ਤੇ ਆਉਣ ਕਰਕੇ ਇਹਨਾਂ ਨੂੰ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਗਿਆ। ਭਾਈ ਵੀਰ ਸਿੰਘ ਨੂੰ ਆਧੁਨਿਕ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਹੈ। ਆਧੁਨਿਕ ਭਾਵ ਬੇਟਾ ਅੱਜ ਦੇ ਸਮੇਂ ਦੀ ਕਵਿਤਾ ਦੇ 10ਵੀਂ ਦੇ ਵਿੱਚੋਂ ਗੋਲਡ ਮੈਡਲ ਇਹਨਾਂ ਨੇ ਆਪਣੇ ਇਲਾਕੇ ਦੇ ਜਿਹੜੇ ਸਕੂਲ ਸੀ ਉਹਨਾਂ ਵਿੱਚੋਂ ਹਾਸਲ ਕੀਤਾ। ਇਹਨਾਂ ਦੀ ਰਚਨਾ ਬਹੁ ਪੱਖੀ ਹੈ। ਇਹਨਾਂ ਦੀ ਜੋ ਕਵਿਤਾ ਹੈ ਵੱਖ-ਵੱਖ जो साडे समाजिक, आर्थिक, राजनीतिक, धार्मिक, बौद्धिक इस पद्धर की जिहड़ी इन्हां दी बहुपक्षी रचना है। इन्हां ने कविता, वार्तक, नावल, नाटक रचना करके आधुनिक पंजाबी ਸਾਹਿਤ की शुरुआत की। सो बेटा इन्होंने कवितावां भी लिखियां, वार्तक लेख भी लिखे, बड़े बड़े नावल भी लिखे, नाटक भी लिखे। ये इन्हां दी वंन-सुवन्नता इन्हां दी जो ये लिखते सन। ਇਸ ਤੋਂ ਇਲਾਵਾ ਸਿੱਖ ਇਤਿਹਾਸ ਲਿਖਣ ਅਤੇ ਸੰਪਾਦਨ ਕਰਨ ਦਾ ਵੀ ਕੰਮ ਕੀਤਾ। ਇਹਨਾਂ ਦੀ ਸਾਹਿਤ ਨੂੰ ਦੇਣ ਗਿਣਾਤਮਿਕ ਅਤੇ ਗੁਣਾਤਮਿਕ ਦੋਹਾਂ ਪੱਖਾਂ ਤੋਂ ਮਹੱਤਵਪੂਰਨ ਹੈ। ਸੋ ਬੇਟਾ ਨੇ ਬਹੁਤ ਸਾਰੀ ਰਚਨਾ ਵੀ ਕੀਤੀ ਅਤੇ ਬਹੁਤ ਸਾਰੀ ਵਧੀਆ ਰਚਨਾ ਵੀ ਕੀਤੀ। ਭਾਈ ਵੀਰ ਸਿੰਘ ਦੀ ਕਵਿਤਾ ਵਿਚਾਰਵਾਦੀ ਕਵਿਤਾ ਹੈ, ਗੁਰਬਾਣੀ ਤੋਂ ਪ੍ਰਭਾਵਿਤ ਹੈ। ਇਹਨਾਂ ਦੀਆਂ ਸਮੁੱਚੀਆਂ ਕਵਿਤਾਵਾਂ ਵਿੱਚ ਮਨੁੱਖੀ ਭਾਵਨਾ ਨੂੰ ਦੈਵੀ ਭਾਵਨਾ ਵਿੱਚ ਬਦਲਣ ਦਾ ਕਾਰਜ ਹੈ। ਇਹਨਾਂ ਨੇ ਰਾਣਾ ਸੂਰਤ ਸਿੰਘ, ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਮਟਕ ਹੁਲਾਰੇ, ਮੇਰੇ ਸਾਈਆਂ ਜੀਓ, ਕੰਬਦੀ ਕਲਾਈ, ਪ੍ਰੀਤ ਵੀਣਾ, ਕੰਤ ਮਹੇਲੀ, ਵਿਜੈ ਸਿੰਘ, ਸੁੰਦਰੀ, ਸਤਵੰਤ ਕੌਰ, ਸੁਭਾਗ ਸਿੰਘ ਜੀ ਦਾ ਸੁਧਾਰ, ਹੱਥੀਂ ਬਾਬਾ ਨੌਧ ਸਿੰਘ, ਰਾਜਾ ਲਖਦਾਤਾ ਸਿੰਘ, ਗੁਰੂ ਨਾਨਕ ਚਮਤਕਾਰ, ਸ੍ਰੀ ਕਲਗੀਧਰ ਚਮਤਕਾਰ, ਅਸ਼ਟ ਗੁਰੂ ਚਮਤਕਾਰ ਆਦਿ ਪੁਸਤਕਾਂ ਦੀ ਰਚਨਾ ਕੀਤੀ। ਸਾਹਿਤ ਅਕਾਦਮੀ ਦਿੱਲੀ ਵੱਲੋਂ ਇਹਨਾਂ ਦੀ ਕਾਵਿ ਪੁਸਤਕ ਮੇਰੇ ਸਾਈਆਂ ਜੀਓ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਪੁਰਸਕ੍ਰਿਤ ਕੀਤਾ ਗਿਆ। ਇਹਨਾਂ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਣ ਦੀ ਉਪਾਧੀ ਪ੍ਰਦਾਨ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਡੀ.ਲਿਟ ਮਨੋਰਥ ਡਿਗਰੀ ਨਾਲ ਸਨਮਾਨਿਤ ਕੀਤਾ। ਸੋ ਬੇਟਾ ਜਿਵੇਂ ਤੁਸੀਂ ਉਹ ਤਰਸੇਮ ਜੱਸੜ ਦਾ ਇੱਕ ਗੀਤ ਸੀ ਉਹਦੇ ਵਿੱਚ ਜਿਹੜੇ ਪੱਗਾਂ ਵਾਲੇ ਮੁੰਡਿਆਂ ਦੀ ਗੱਲ ਕੀਤੀ ਹੈ ਅਤੇ ਉੱਥੇ ਨਾ ਇੱਕ ਕਿਤਾਬ ਦੇ ਕੇ ਜਾਂਦੇ ਨੇ ਉਸ ਕੁੜੀ ਨੂੰ ਜਿਹਨੇ ਵਾਲ ਕਟਵਾਤੇ ਸੀ। ਉਹਦੇ ਉੱਪਰ ਲਿਖਿਆ ਹੋਇਆ ਸੁੰਦਰੀ।
ਸੋ ਉਹ ਜਿਹੜੀ ਪਾਠ ਪੁਸਤਕ ਆ ਭਾਈ ਵੀਰ ਸਿੰਘ ਹੋਣਾ ਦੀ ਰਚਿਤ ਪਾਠ ਪੁਸਤਕ ਆ, ਜਿਹਦੇ ਵਿੱਚ ਸਾਡੇ ਮੋਰਲ ਵੈਲਿਊਜ਼, ਜਿਵੇਂ ਅਸੀਂ ਕਹਿੰਦੇ ਕਿ ਇੱਕ ਇਸਤਰੀ ਕਿੱਦਾਂ ਦੀ ਹੋਣੀ ਚਾਹੀਦੀ ਆ, ਸੁੰਦਰਤਾ ਕੀ ਹੈ, ਉਹਨੂੰ ਜੇ ਤੁਸੀਂ ਸਮਾਂ ਲੱਗੇ ਤਾਂ ਜ਼ਰੂਰ ਪੜ੍ਹਨਾ। ਸੋ ਬੇਟਾ ਇਹਨਾਂ ਨੇ ਨਾ ਮੇਰੇ ਸਾਈਆਂ ਜੀਓ ਇੱਕ ਕਾਵਿ ਪੁਸਤਕ ਜਿਹੜੀ ਰਚਨਾ ਕੀਤੀ, ਉਹਨਾਂ ਨੂੰ ਸਾਹਿਤਕ ਅਕਾਦਮਿਕ ਪੁਰਸਕਾਰ, ਸਭ ਤੋਂ ਵੱਡਾ ਬੇਟਾ ਪੁਰਸਕਾਰ ਅਸੀਂ ਕਹਿੰਦੇ ਹਾਂ ਸਾਹਿਤਕ ਦੇ ਵਿੱਚ, ਬਹੁਤ ਜਿਹੜੇ ਘੱਟ ਲੇਖਕ ਨੇ ਉਹਨਾਂ ਨੂੰ ਉਹਨਾਂ ਦੀ ਰਚਨਾ 'ਤੇ ਮਿਲਦਾ, ਇਹ ਇਹਨਾਂ ਨੂੰ ਮਿਲਿਆ ਅਕਾਦਮੀ, ਸਾਹਿਤ ਅਕਾਦਮੀ ਦਿੱਲੀ ਵੱਲੋਂ, ਅਤੇ ਪਦਮ ਭੂਸ਼ਣ ਦੀ ਉਪਾਧੀ ਇਹਨਾਂ ਨੂੰ ਭਾਰਤ ਸਰਕਾਰ ਵੱਲੋਂ ਪ੍ਰਦਾਨ ਕੀਤੀ ਗਈ। ਸੋ ਆਓ ਬੇਟਾ ਜਿਹੜੀ ਇਹ ਸਮਾਂ ਕਵਿਤਾ ਤੁਹਾਡੇ ਪਾਠ ਕ੍ਰਮ ਦੇ ਵਿੱਚ ਸ਼ਾਮਿਲ ਹੈ, ਸੋ ਆਓ ਆਪਾਂ ਉਹਦੇ ਬਾਰੇ ਪੜ੍ਹਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਕਵਿਤਾ ਦੀਆਂ ਲਾਈਨਾਂ, ਫਿਰ ਉਸ ਦਾ ਪ੍ਰਸੰਗ ਅਤੇ ਫਿਰ ਵਿਆਖਿਆ ਪੜ੍ਹਾਂਗੇ। ਰਹੀ ਬਾਸ ਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਏ ਭੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਸੋ ਬੇਟਾ ਸਭ ਤੋਂ ਪਹਿਲਾਂ ਤੁਹਾਨੂੰ ਕਵਿਤਾ ਦੀਆਂ ਇਸ ਤਰ੍ਹਾਂ ਲਾਈਨਾਂ ਦਿੱਤੀਆਂ ਜਾਣਗੀਆਂ। ਜੇ ਤੁਹਾਨੂੰ ਪੇਪਰ ਦੇ ਵਿੱਚ ਬੇਟਾ ਲਿਖਣ ਲਈ ਕਿਹਾ ਜਾਂਦਾ ਤਾਂ ਤੁਸੀਂ ਕਿੱਥੋਂ ਕਿਵੇਂ ਲਿਖਣਾ, ਰਹੀ ਬਾਸ ਤੇ ਘੱਤ, ਇੱਥੇ ਰੁਕ ਜਾਣਾ, 5 ਜਾਂ 4 ਡਾਟ ਲਾਓ ਇਸੇ ਲਾਈਨ ਦੀ ਛੇਦ ਦੇ ਵਿੱਚ, ਜਿਵੇਂ ਅਸੀਂ ਫਿਲਿਪਸ ਲਿਖਦੇ ਹਾਂ, ਅਤੇ ਉਸ ਤੋਂ ਬਾਅਦ ਲਾਸਟ ਵਾਲੀ ਲਾਈਨ ਦੇਖੋ ਕੀ ਗਿਆ ਜੀ, ਲਿਖਿਆ ਗਿਆ ਟੱਪ ਬੰਨੇ ਬੰਨੀ, ਇਹ ਲਿਖ ਕੇ ਉਹ ਡਾਟਸ ਦੇ ਬਾਅਦ 'ਚ ਡੰਡੀ ਲਾ ਦਿਓ। ਇਹ ਪੂਰਾ ਪੈਰਾ ਤੁਹਾਨੂੰ ਪਾਠ ਪੁਸਤਕ ਦੇ ਵਿੱਚ, ਪੇਪਰ ਦੇ ਵਿੱਚ ਜਾਂ ਨੋਟਬੁੱਕ ਦੇ ਉੱਪਰ ਲਿਖਣ ਦੀ ਲੋੜ ਨਹੀਂ। ਸੋ ਔਖੇ ਸ਼ਬਦਾਂ ਦੇ ਅਰਥ ਤੁਸੀਂ ਇਹ ਦੇਖ ਸਕਦੇ ਹੋ, ਪੜ੍ਹ ਸਕਦੇ ਹੋ। ਵਾਸਤੇ ਘੱਤ, ਤਰਲੇ, ਮਿੰਨਤਾਂ ਕਰਨੀਆਂ, ਤਰੀਕ ਹੁੰਦਾ ਖਿੱਚ, ਵੇਗ ਹੁੰਦਾ ਪ੍ਰਵਾਹ ਭਾਵ ਤੇਜ਼ ਚਾਲ, ਕੰਨੀ ਤੋਂ ਭਾਵ ਹੁੰਦਾ ਪੱਲਾ, ਅਟਕ ਹੁੰਦਾ ਰੁਕਾਵਟ, ਰੋਕ ਹੁੰਦਾ ਤ੍ਰਿਖੇ, ਅਟਕ ਹੁੰਦਾ ਰੁਕਾਵਟ ਜਾਂ ਰੋਗ, ਤ੍ਰਿਖੇ ਤੋਂ ਭਾਵ ਹੁੰਦਾ ਤੇਜ਼, ਬੰਨੇ ਬੰਨੀ ਤੋਂ ਭਾਵ ਹੁੰਦੇ ਆ ਸਾਰੀਆਂ ਸੀਮਾਵਾਂ, ਸਾਰੀਆਂ ਹੱਦਾਂ। ਸੋ ਜੇ ਅਸੀਂ ਗੱਲ ਕਰੀਏ ਪ੍ਰਸੰਗ ਦੀ, ਪ੍ਰਸੰਗ ਬੇਟਾ ਤੁਸੀਂ ਪਹਿਲਾਂ ਛੋਟੀਆਂ ਕਲਾਸਾਂ ਦੇ ਵਿੱਚ ਵੀ ਪੜ੍ਹ ਕੇ ਆਏ ਹੋ। ਪ੍ਰਸੰਗ ਦੇ ਤਹਿਤ ਅਸੀਂ ਨੇ ਕੀ ਜਾਣਕਾਰੀ ਹੈ ਜਿਹੜੀ ਦੇਣੀ ਹੁੰਦੀ ਆ, ਸਭ ਤੋਂ ਪਹਿਲਾਂ ਅਸੀਂ ਇੰਟਰੋਡਿਊਸ ਕਰਾਉਣਾ ਹੁੰਦਾ ਕਿ ਉੱਪਰਲੀਆਂ ਲਾਈਨਾਂ, ਉਪਰੋਕਤ ਸਤਰਾਂ ਜਿਹੜੀਆਂ ਉੱਪਰ ਅਸੀਂ ਦੇਖੀਆਂ ਨੇ, ਜਾਂ ਅਸੀਂ ਕਹਿ ਸਕਦੇ ਇਹ ਸਤਰਾਂ, ਪਹਿਲਾਂ ਤਾਂ ਇਹ ਦੱਸਣਾ ਕਿ ਇਹ ਕਿਹੜੀ ਪਾਠ ਪੁਸਤਕ ਵਿੱਚੋਂ ਲਈਆਂ ਗਈਆਂ ਨੇ, ਫਿਰ ਉਸ ਦੀ ਕਵਿਤਾ ਦਾ ਨਾਮ ਦੱਸਣਾ, ਫਿਰ ਅਸੀਂ ਕਵੀ ਦਾ ਨਾਮ ਦੱਸਣਾ। ਇਹ 3 ਗੱਲਾਂ ਬੇਟਾ ਅਤੀ ਜ਼ਰੂਰੀ ਨੇ ਉਪਰੋਕਤ ਲਾਈਨਾਂ ਬਾਰੇ, ਕਿ ਇਹ ਕਿਹੜੀ ਪਾਠ ਪੁਸਤਕ ਵਿੱਚੋਂ ਲਈਆਂ ਗਈਆਂ ਹਨ, ਇਹ ਕਿਹੜੀ ਕਵਿਤਾ ਦੀਆਂ ਲਾਈਨਾਂ ਹਨ, ਇਸ ਦੇ ਕਵੀ ਦਾ ਕੀ ਨਾਮ ਹੈ। ਤੋ ਅੱਗੇ ਬੇਟਾ ਉਸ ਕਵਿਤਾ ਨੂੰ ਓਵਰਆਲ ਜਿਹੜੀਆਂ ਲਾਈਨਾਂ ਅਸੀਂ ਪੜ੍ਹੀਆਂ ਨੇ, ਅਸੀਂ ਉਹਨਾਂ ਬਾਰੇ ਲਿਖਣਾ ਕਿ ਇਹ ਲਾਈਨਾਂ ਕਿਸ ਬਾਰੇ ਨੇ। ਸੋ ਇਹ ਬੇਟਾ 4 ਚੀਜ਼ਾਂ ਜੇਕਰ ਤੁਸੀਂ ਪ੍ਰਸੰਗ ਦੇ ਵਿੱਚ ਲਿਖਦੇ ਹੋ, ਸ਼ਾਮਿਲ ਕਰਦੇ ਹੋ, ਤਾਂ ਜਿਹੜਾ ਇੱਕ ਤੁਹਾਡਾ ਪਰਫੈਕਟ ਪ੍ਰਸੰਗ ਲਿਖਿਆ ਜਾਂਦਾ। ਸੋ ਅੱਗੇ ਹੁੰਦੀ ਆ ਵਿਆਖਿਆ। ਵਿਆਖਿਆ ਦੇ ਵਿੱਚ ਅਸੀਂ ਉਹਨਾਂ ਲਾਈਨਾਂ ਦੇ ਅਰਥ ਆਪਣੇ ਕੋਲੋਂ ਉਹਨਾਂ ਦੇ ਬੇਟਾ ਗਲਤ ਅਰਥ ਨਹੀਂ ਕਰਨੇ। ਸੋ ਜਿੰਨੀ ਕੁ ਤੁਹਾਡੀ ਸਮਝ ਆ, ਜਿੰਨਾ ਕੁ ਤੁਸੀਂ ਉਸ ਕਵਿਤਾ ਨੂੰ ਪੜ੍ਹੇ ਜਾਂ ਕਿਸੇ ਸੋਰਸ ਤੋਂ ਤੁਹਾਡੇ ਕੋਲ ਜਿਹੜੀ ਜਾਣਕਾਰੀ ਆਈ, ਉਹਨੂੰ ਤੁਸੀਂ ਵਿਆਖਿਆ ਦੇ ਵਿੱਚ ਬੜੇ ਮਤਲਬ ਸੰਕੋਚਤਾ ਨਾਲ, ਸਰਲਤਾ ਨਾਲ, ਸਪਸ਼ਟਤਾ ਨਾਲ, ਰੌਚਕਤਾ ਨਾਲ ਲਿਖਣਾ, ਕਿ ਹਰ ਇੱਕ ਚੀਜ਼ ਦਾ ਇੰਟਰਸਟ ਬਣੇ। ਉਹਦਾ ਕੋਈ ਬੇਟਾ ਸੀ ਇਹ ਨਹੀਂ ਹੁੰਦਾ ਕਿ ਕੋਈ ਵੀ ਚੀਜ਼ ਆਪਣੇ ਕੋਲੋਂ ਹੀ ਊਟ ਪਟਾਂਗ ਲਿਖ ਦਈਏ। ਜੋ ਉਸ ਲਾਈਨਾਂ ਦੇ ਅਰਥ ਤੁਹਾਨੂੰ ਸਮਝ ਪਏ, ਉਹ ਤੁਸੀਂ ਵਿਆਖਿਆ ਦੇ ਰੂਪ ਵਿੱਚ ਨੀਚੇ ਐਕਸਪਲੇਨ ਕਰਨੇ ਨੇ। ਸੋ ਆਓ ਪੜ੍ਹਦੇ ਹਾਂ ਪ੍ਰਸੰਗ। ਸਾਰੀਆਂ ਇਸ ਕਵਿਤਾ ਦੇ ਜਿੰਨੀਆਂ ਵੀ ਸਤਰਾਂ ਨੇ, ਉਹਨਾਂ ਦਾ ਪ੍ਰਸੰਗ ਅਸੀਂ ਐਜ਼ ਇਟ ਐਜ਼ ਇੱਦਾਂ ਹੀ ਲਿਖਣਾ, ਪੜ੍ਹਨਾ ਜਾਂ ਉਹਨੂੰ ਸਮਝਣਾ। ਫਿਰ ਬਾਕੀ ਜਿਹੜੀਆਂ ਲਾਈਨਾਂ ਅਸੀਂ ਪੜ੍ਹਾਂਗੇ ਉਹਨਾਂ ਦੀ ਬੇਟਾ ਸਿੱਧੀ ਵਿਆਖਿਆ ਪੜ੍ਹਾਂਗੇ, ਕਿਉਂਕਿ ਪ੍ਰਸੰਗ ਸਾਰੀਆਂ ਇਹ ਕਾਵਿ ਸਤਰਾਂ ਦਾ ਸੇਮ ਹੀ ਹੈ। ਇਹ ਕਾਵਿ ਸਤਰਾਂ ਭਾਈ ਵੀਰ ਸਿੰਘ ਦੀ ਕਵਿਤਾ ਸਮਾਂ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਨੇ ਪਹਿਲਾਂ ਇਹਨਾਂ ਲਾਈਨਾਂ ਦੀ ਇੰਟਰੋਡਕਸ਼ਨ ਦਿੱਤੀ ਵੀ ਕਿੱਥੋਂ ਲਈਆਂ ਗਈਆਂ ਨੇ। ਠੀਕ ਹੈ ਜੀ, ਇਸ ਢੰਗ ਨਾਲ ਵੀ ਲਿਖ ਸਕਦੇ ਹਾਂ। ਜੇ ਅਸੀਂ ਲਿਖਿਆ ਕਿ ਉਪਰੋਕਤ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਭਾਈ ਵੀਰ ਸਿੰਘ ਦੀ ਸਮਾਂ ਕਵਿਤਾ ਵਿੱਚੋਂ ਲਈਆਂ ਗਈਆਂ ਹਨ। ਸੋ ਇਹ ਵੀ ਸਹੀ ਹੈ। ਹੁਣ ਤੁਸੀਂ ਬੇਟਾ ਇਹ ਦੇਖਣਾ ਕਿ ਜਿਹੜਾ ਤੁਹਾਨੂੰ ਈਜ਼ੀ ਲੱਗਦਾ ਉਸ ਵੇ ਨਾਲ ਤੁਸੀਂ ਐਕਸਪਲੇਨ ਕਰਨਾ ਆਪਣਾ, ਜਦੋਂ ਵੀ ਇਹਦਾ ਤੁਸੀਂ ਉੱਤਰ ਦੇਣਾ, ਪ੍ਰਸੰਗ ਸਹਿਤ ਵਿਆਖਿਆ ਕਰਨੀ ਆ। ਇਹ ਕਾਵਿ ਸਤਰਾਂ ਭਾਈ ਵੀਰ ਸਿੰਘ ਦੀ ਕਵਿਤਾ ਸਮਾਂ ਵਿੱਚੋਂ ਲਈਆਂ ਗਈਆਂ ਹਨ। ਇਹ ਕਵਿਤਾ ਸਾਹਿਤਮਾਲਾ 9, ਇਹ ਬੇਟਾ ਪਾਠ ਪੁਸਤਕ ਦਾ ਜ਼ਿਕਰ ਆ ਗਿਆ, ਸਾਹਿਤਮਾਲਾ 9 ਪਾਠ ਪੁਸਤਕ ਵਿੱਚ ਦਰਜ ਹੈ। ਇਸ ਵਿੱਚ ਕਵੀ ਨੇ ਸਮੇਂ ਦੇ ਹਮੇਸ਼ਾ ਤੋਂ ਹੀ ਚੱਲਦੇ ਰਹਿਣ ਦੇ ਸੁਭਾਅ ਵੱਲ ਇਸ਼ਾਰਾ ਕੀਤਾ ਹੈ।
ਹੁਣ ਇੱਥੇ ਬੇਟਾ ਭਾਈ ਵੀਰ ਸਿੰਘ ਦਾ ਜ਼ਿਕਰ ਵੀ ਆਪਾਂ ਕਰ ਸਕਦੇ ਹਾਂ ਵੀ ਇਹ ਭਾਈ ਵੀਰ ਸਿੰਘ ਦਾ ਉੱਪਰ ਹੀ ਆ ਗਿਆ ਜ਼ਿਕਰ, ਉਹਨਾਂ ਦੀ ਕਵਿਤਾ ਦਾ ਜ਼ਿਕਰ ਆ ਗਿਆ, ਕਿਤਾਬ ਦਾ ਜ਼ਿਕਰ ਆ ਗਿਆ। ਅੱਗੇ ਬੇਟਾ ਅਸੀਂ ਕਰਨਾ ਕਿ ਇਹਨਾਂ ਵਿੱਚ ਕਿਹਦੇ ਬਾਰੇ ਗੱਲ ਹੈ। ਉਹ ਕਹਿੰਦੇ ਜਿਹੜਾ ਸਮਾਂ ਹੈ ਵੀ ਉਹ ਸਦਾ ਹੀ ਚਲਾਇਮਾਨ ਰਹਿੰਦਾ, ਇਹਦੇ ਬਾਰੇ ਜ਼ਿਕਰ ਕੀਤਾ ਗਿਆ ਹੈ। ਸਮੇਂ ਨੂੰ ਬੰਨਿਆ ਨਹੀਂ ਜਾ ਸਕਦਾ। ਇਸ ਕਵਿਤਾ ਦੇ ਵਿੱਚ ਇਹ ਗੱਲਾਂ ਨੇ ਜਿਹੜੀਆਂ ਉੱਪਰ ਲਾਈਨਾਂ ਦੇ ਵਿੱਚ ਦੱਸੀਆਂ ਨੇ। ਇੱਥੇ ਬੇਟਾ ਅਸੀਂ ਉਹਨਾਂ ਨੂੰ ਇਸ਼ਾਰਾ ਮਾਤਰ ਇਹਦੇ ਵਿੱਚ ਸ਼ਾਮਲ ਕਰਨਾ ਕਿ ਇਹ ਕੀ ਕਹਿਣਾ ਚਾਹੁੰਦਾ ਕਵੀ। ਉਹ ਆਪਣੀ ਤੇਜ਼ ਗਤੀ ਨਾਲ ਸਾਰੀਆਂ ਹੱਦਾਂ ਤੋੜਦਾ ਹੋਇਆ ਅੱਗੇ ਨਿਕਲ ਜਾਂਦਾ ਹੈ। ਸੋ ਕਵੀ ਇਹ ਪੂਰੀ ਜਿਹੜੀ ਅਸੀਂ ਕਹਿੰਦੇ ਹਾਂ ਕਿ ਇਹਦੇ ਵਿਆਖਿਆ ਦੇ ਦੌਰਾਨ ਜਾਂ ਇਸ ਕਵਿਤਾ ਦੀਆਂ ਲਾਈਨਾਂ ਵਿੱਚ ਕੀ ਦੱਸਣਾ ਚਾਹੁੰਦਾ ਹੈ। ਆਓ ਆਪਾਂ ਪੜ੍ਹਦੇ ਹਾਂ ਇਸ ਨੂੰ ਵਿਸਤਾਰ ਸਹਿਤ। ਵਿਆਖਿਆ। ਕਵੀ ਇਸਤਰੀ ਰੂਪ ਵਿੱਚ ਆਪਣੇ ਵਿਚਾਰ ਬਿਆਨ ਕਰਦਾ ਹੋਇਆ ਕਹਿੰਦਾ ਹੈ। ਹੁਣ ਇਹ ਕਵਿਤਾ ਦੇ ਵਿੱਚ ਜਿਹੜਾ ਕਵੀ ਆ ਉਹਨੇ ਆਪਦੇ ਆਪ ਨੂੰ ਕਿਸ ਰੂਪ ਦੇ ਵਿੱਚ ਪੇਸ਼ ਕੀਤਾ? ਇਸਤਰੀ ਦੇ ਵਿੱਚ। ਜਿਵੇਂ ਇੱਕ ਇਸਤਰੀ ਆਪਣੇ ਘਰ ਵਾਲੇ ਨੂੰ ਰੋਕਦੀ ਆ, ਮੰਨ ਲਓ ਇੱਕ ਕੋਈ ਪਰਦੇਸਣ, ਜੇ ਅਸੀਂ ਕਹਾਂਗੇ ਪਰਦੇਸਣ ਕਹਿ ਦਾਂ ਜਾਂ ਕੋਈ ਫੌਜਣ ਕਹਿ ਲਓ ਕਿ ਉਹਦੇ ਘਰ ਵਾਲਾ ਫੌਜ ਦੇ ਵਿੱਚ ਦੇਸ਼ ਦੇ ਕਿਸੇ ਹੱਦ ਸਰਹੱਦ 'ਤੇ ਜਾ ਰਿਹਾ, ਜਾਂ ਕਿਸੇ ਪਤਨੀ ਦਾ ਪਤੀ ਕੋਈ ਅਮਰੀਕਾ ਕੈਨੇਡਾ ਜਾ ਰਿਹਾ, ਉਹ ਰੋਕਣ ਦੀ ਕੋਸ਼ਿਸ਼ ਕਰਦੀ ਹੈ ਉਹਨੂੰ, ਬੜੇ ਤਰਲੇ ਮਿੰਨਤਾਂ ਕਰਦੀ, ਤੂੰ ਰੁਕ ਜਾ ਰੁਕ ਜਾ। ਅਤੇ ਇੱਥੇ ਬੇਟਾ ਇੱਕ ਇਸਤਰੀ ਦੇ ਰੂਪ ਦੇ ਵਿੱਚ ਕਵੀ ਹੈ ਅਤੇ ਉਹਦੇ ਪਤੀ ਦੇ ਰੂਪ ਵਿੱਚ ਕੌਣ ਹੈ? ਉੱਥੇ ਸਮੇਂ ਨੂੰ ਲਿਆ ਗਿਆ। ਇੱਥੇ ਇਹ ਸਮਝਣਾ ਕਿ ਇੱਕ ਇਸਤਰੀ ਸਮੇਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਜਾਂ ਇੱਕ ਮਨੁੱਖ ਸਮੇਂ ਨੂੰ ਰੋਕਣ ਦੀ ਗੱਲ ਕਰਦਾ, ਪਰ ਸਮਾਂ ਕਿਸੇ ਦੇ ਰੋਕਿਆ ਨਹੀਂ ਰੁਕਦਾ। ਆਓ ਪੜ੍ਹਦੇ ਹਾਂ। ਕਵੀ ਇਸਤਰੀ ਰੂਪ ਵਿੱਚ ਆਪਣੇ ਵਿਚਾਰ ਬਿਆਨ ਕਰਦਾ ਹੋਇਆ ਕਹਿੰਦਾ ਹੈ ਕਿ ਮੈਂ ਸਮੇਂ ਨੂੰ ਰੋਕਣ ਲਈ ਉਸ ਦੀ ਬਹੁਤ ਮਿੰਨਤਾਂ ਕੀਤੀਆਂ, ਪਰ ਉਸਨੇ ਮੇਰੀ ਇੱਕ ਵੀ ਗੱਲ ਨਾ ਮੰਨੀ। ਮੈਂ ਉਸ ਨੂੰ ਫੜ ਫੜ ਕੇ ਆਪਣੇ ਵੱਲ ਖਿੱਚਣ ਦਾ ਬਹੁਤ ਯਤਨ ਕੀਤਾ, ਪਰ ਉਹ ਪੱਲਾ ਛੁਡਾ ਕੇ ਮੇਰੇ ਕੋਲੋਂ ਦੂਰ ਚਲਾ ਗਿਆ। ਸਮੇਂ ਨੂੰ ਰੋਕਣ ਦੇ ਲਈ ਮੈਂ ਉਸ ਦੇ ਰਸਤੇ ਵਿੱਚ ਹੋਰ ਵੀ ਬਹੁਤ ਸਾਰੀਆਂ ਰੁਕਾਵਟਾਂ ਖੜ੍ਹੀਆਂ ਕੀਤੀਆਂ, ਪਰ ਉਸਨੇ ਉਹਨਾਂ ਸਾਰੀਆਂ ਹੀ ਰੁਕਾਵਟਾਂ ਨੂੰ ਤੋੜ ਦਿੱਤਾ। ਉਹ ਆਪਣੀ ਤੇਜ਼ ਗਤੀ ਦੇ ਨਾਲ ਸਾਰੀਆਂ ਸੀਮਾਵਾਂ ਨੂੰ ਪਾਰ ਕਰਦਾ ਹੋਇਆ ਅਗਾਂਹ ਵੱਧ ਗਿਆ। ਹੁਣ ਇੱਥੇ ਜਿਹੜੀਆਂ ਉਪਰੋਕਤ ਲਾਈਨਾਂ ਨੇ ਉਹਦੇ ਵਿੱਚ ਕਵੀ ਸਮੇਂ ਨੂੰ ਅਤੇ ਇੱਕ ਪਤਨੀ ਦੇ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰਦਾ ਹੋਇਆ ਇਹ ਬੇਟਾ ਦੱਸਣ ਦੀ ਕੋਸ਼ਿਸ਼ ਕਰਦਾ ਕਿ ਸਮਾਂ ਮੇਰੇ ਰੋਕਿਆਂ, ਮੇਰੇ ਰੁਕਾਵਟਾਂ ਲਾਉਣ ਕਰਕੇ, ਉਹਦੇ ਰਸਤੇ ਵਿੱਚ ਅੜਿੱਚਣਾ ਪੈਦਾ ਕਰਨ ਕਰਕੇ ਵੀ ਉਹ ਰੁਕਿਆ ਨਹੀਂ ਅਤੇ ਚਲਾ ਗਿਆ। ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਂਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਉਡੰਦਾ ਤੋਂ ਭਾਵ ਹੈ ਉੜਦਾ, ਹੱਥੋਂ ਨਿਕਲਦਾ ਜਾਣਾ। ਜਾਮਦਾ ਤੋਂ ਭਾਵ ਹੈ ਜਾਂਦਾ। ਜਾਂਚ ਤੋਂ ਭਾਵ ਹੈ ਤਰੀਕਾ। ਆਮਦਾ ਤੋਂ ਭਾਵ ਆਉਂਦਾ। ਸੋ ਆਓ ਅਸੀਂ ਗੱਲ ਕਰਦੇ ਹਾਂ ਇਸ ਸਤਰਾਂ ਦੀਆਂ ਜੋ ਵਿਆਖਿਆ, ਉਸ ਵਿਆਖਿਆ ਨੂੰ ਸਮਝਦੇ ਹਾਂ। ਸੋ ਪ੍ਰਸੰਗ ਜਿਵੇਂ ਅਸੀਂ ਉੱਪਰ ਲਿਖਿਆ ਉਸੇ ਤਰ੍ਹਾਂ ਅਸੀਂ ਲਿਖ ਸਕਦੇ ਹਾਂ। ਵਿਆਖਿਆ ਦੇ ਵਿੱਚ ਹੈ ਕਿ ਇਹਨਾਂ ਕਾਵਿ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਮਨੁੱਖ ਨੂੰ ਹਮੇਸ਼ਾ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ, ਸਮੇਂ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਸਮਾਂ ਬਹੁਤ ਹੀ ਤੇਜ਼ ਗਤੀ ਨਾਲ ਅੱਗੇ ਵਧਦਾ ਜਾਂਦਾ ਹੈ, ਇਸ ਨੂੰ ਰੋਕਣਾ ਨਹੀਂ ਆਉਂਦਾ। ਜੋ ਸਮਾਂ ਇੱਕ ਵਾਰੀ ਬੀਤ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਇਸ ਦੀ ਲਗਾਤਾਰ ਚੱਲਦਿਆਂ ਰਹਿਣ ਦੀ ਗਤੀ ਤੋਂ ਸਾਵਧਾਨ ਹੋ ਕੇ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਸੋ ਅੱਗੇ ਅਸੀਂ ਇਸ ਕਵਿਤਾ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰ ਨੇ ਆਓ ਅਸੀਂ ਕਰਦੇ ਹਾਂ। ਸੋ ਉੱਪਰ ਜਿਵੇਂ ਤੁਸੀਂ ਬੇਟਾ ਇਹਦੇ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਹੋਊਗੀ ਕਿ ਜਿਹੜਾ ਸਮਾਂ ਹੈ ਉਹ ਜੋ ਇੱਕ ਵਾਰ ਬੀਤ ਗਿਆ ਉਹ ਵਾਪਸ ਨਹੀਂ ਆ ਸਕਦਾ ਅਤੇ ਸਮਾਂ ਕਿਸੇ ਦੇ ਇੰਤਜ਼ਾਰ ਦੇ ਵਿੱਚ ਰੁਕਦਾ ਵੀ ਨਹੀਂ। ਸੋ ਜਿਹੜਾ ਕੀਮਤੀ ਸਮਾਂ ਸਾਨੂੰ ਉਹਨੂੰ ਸਫਲ ਬਣਾਉਣਾ ਚਾਹੀਦਾ, ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ, ਕਿਉਂਕਿ ਜੋ ਸਮਾਂ ਇੱਕ ਵਾਰ ਜ਼ਿੰਦਗੀ 'ਚੋਂ ਚਲਾ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਅੱਗੇ ਹੈ ਪਾਠ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ ਕਿ ਸਮਾਂ ਕਵਿਤਾ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਉੱਤਰ ਹੈ ਕਿ ਸਮਾਂ ਆਪਣੀ ਨਿਰੰਤਰ ਚਾਲ ਚੱਲਦਾ ਰਹਿੰਦਾ ਹੈ, ਇਹ ਕਦੇ ਵੀ ਨਹੀਂ ਰੁਕਦਾ। ਸਮੇਂ ਨੂੰ ਸੰਭਾਲਦਿਆਂ ਹੋਇਆਂ ਸਾਨੂੰ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ, ਭਾਵ ਹਰ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ। ਇੱਕ ਵਾਰੀ ਹੱਥੋਂ ਲੰਘ ਚੁੱਕਾ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ। ਸਮੇਂ ਦੀ ਸਹੀ ਵਰਤੋਂ ਕਰਨਾ ਜਾਂ ਸਮੇਂ ਦੀ ਸਹੀ ਵਰਤੋਂ ਕਰਨ ਵਾਲਾ ਮਨੁੱਖ ਹੀ ਜ਼ਿੰਦਗੀ ਵਿੱਚ ਤਰੱਕੀ ਕਰਦਾ ਹੈ ਅਤੇ ਸਫਲ ਹੁੰਦਾ ਹੈ।
ਸੋ ਇਹ ਬੇਟਾ ਸਮੇਂ ਦੀ ਮਹੱਤਤਾ ਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਦਾ ਉੱਤਰ ਹੈ। ਸੋ ਅਗਲਾ ਸਵਾਲ ਹੈ ਕਿ ਸਮਾਂ ਕਵਿਤਾ ਵਿੱਚ ਸਮੇਂ ਦੀ ਸੰਭਾਲ ਸੰਬੰਧੀ ਕੀ ਸੁਨੇਹਾ ਦਿੱਤਾ ਗਿਆ ਹੈ ਜਾਂ ਕੀ ਸੁਨੇਹਾ ਦਿੰਦਾ ਹੈ ਕਵੀ। ਉੱਤਰ ਹੈ ਕਿ ਭਾਈ ਵੀਰ ਸਿੰਘ ਜੀ ਸਮੇਂ ਦੀ ਸੰਭਾਲ ਸੰਬੰਧੀ ਆਪਣੀ ਕਵਿਤਾ ਸਮਾਂ ਵਿੱਚ ਕਹਿੰਦੇ ਹਨ ਕਿ ਸਮਾਂ ਹਮੇਸ਼ਾ ਚੱਲਦਾ ਰਹਿੰਦਾ ਹੈ, ਇਹ ਕਦੇ ਵੀ ਨਹੀਂ ਰੁਕਦਾ। ਜੋ ਸਮਾਂ ਇੱਕ ਵਾਰੀ ਬੀਤ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਇਸ ਦੀ ਸਹੀ ਵਰਤੋਂ ਕਰਕੇ ਇਸ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਸਮੇਂ ਦੀ ਕਹਿੰਦੇ ਜੀ ਸਹੀ ਵਰਤੋਂ ਕੀ ਆ ਕਿ ਇਹਨੂੰ ਜਿਹੜਾ ਅਸੀਂ ਕਹਿੰਦੇ ਹਾਂ ਕਿ ਸੌਂ ਕੇ ਲੰਘਾਤਾ, ਜਾਂ ਅਸੀਂ ਕਹਿੰਦੇ ਹਾਂ ਅੱਜ ਵਾਲਾ ਕੰਮ ਕੱਲ੍ਹ 'ਤੇ ਕਰ ਲਿਆ, ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ। ਸੋ ਇਹ ਪੁਰਾਣੀਆਂ ਜਿਹੜੀਆਂ ਸਾਡੀਆਂ ਐਗਜ਼ਾਮਪਲਾਂ ਨੇ ਕਿ ਅੱਜ ਦਾ ਕੰਮ ਕੱਲ੍ਹ 'ਤੇ ਨਾ ਪਾਓ, ਕਹਿੰਦੇ ਕੱਲ੍ਹ ਕਦੇ ਨਹੀਂ ਆਉਂਦੀ। ਸੋ ਇਸ ਕਰਕੇ ਸਾਨੂੰ ਕੋਈ ਵੀ ਜਿਹੜੀ ਆਪਦੀ ਸੋਚ ਆ ਜਾਂ ਕੋਈ ਕਾਰਜ ਆ ਉਹਨੂੰ ਡਿਲੇ ਨਹੀਂ ਕਰਨਾ ਚਾਹੀਦਾ, ਅਗਲੇ ਦਿਨ 'ਤੇ ਨਹੀਂ ਪਾਉਣਾ ਚਾਹੀਦਾ। ਜਦੋਂ ਵੀ ਤੁਹਾਡੇ ਕੋਲ ਸਮਾਂ ਹੈ ਉਹਦੀ ਕੀਮਤ ਉਹੀ ਆ ਕਿ ਜੇ ਉਹਨੂੰ ਤੁਸੀਂ ਵਰਤ ਲਓ, ਜੇ ਉਹਨੂੰ ਸਮੇਂ ਨੂੰ ਨਹੀਂ ਵਰਤਿਆ ਤਾਂ ਉਹ ਬੇਅਰਥਾ ਚਲਾ ਜਾਂਦਾ। ਪ੍ਰਸ਼ਨ ਨੰਬਰ 3, ਕਵਿਤਾ ਸਮਾਂ ਦਾ ਕੇਂਦਰੀ ਭਾਵ ਲਿਖੋ। ਉੱਤਰ ਹੈ ਸਮਾਂ ਆਪਣੀ ਰਫ਼ਤਾਰ ਨਾਲ ਹਮੇਸ਼ਾ ਚੱਲਦਾ ਰਹਿੰਦਾ ਹੈ। ਬੀਤਿਆ ਹੋਇਆ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ। ਇਸ ਨੂੰ ਲੱਖਾਂ ਯਤਨ ਕਰਕੇ ਵੀ ਰੋਕਿਆ ਨਹੀਂ ਜਾ ਸਕਦਾ। ਸਮੇਂ ਦਾ ਸਹੀ ਇਸਤੇਮਾਲ ਕਰਕੇ ਸਮੇਂ ਨੂੰ ਸੰਭਾਲਿਆ ਜਾ ਸਕਦਾ ਹੈ। ਸੋ ਬੇਟਾ ਇਹ ਜਿਹੜੀਆਂ ਲਾਈਨਾਂ ਨੇ ਸਮੇਂ ਬਾਰੇ ਜਿਹੜੀਆਂ ਠੋਸ ਗੱਲਾਂ ਨੇ ਕਿ ਸਮੇਂ ਦੀ ਕਦਰ ਕਰੋ, ਇਹਨੂੰ ਸੰਭਾਲੋ, ਇਹ ਰੋਕਿਆ ਵੀ ਨਹੀਂ ਜਾ ਸਕਦਾ। ਸਹੀ ਇਸਤੇਮਾਲ ਹੀ ਇਸ ਦਾ ਜੋ ਅਸੀਂ ਕਹਾਂਗੇ ਕਿ ਇਹਦੀ ਸਾਂਭ ਸੰਭਾਲ ਹੈ। ਅੱਗੇ ਪ੍ਰਸ਼ਨ ਨੰਬਰ 4, ਹੇਠ ਲਿਖੀਆਂ ਕਾਵਿ ਸਤਰਾਂ ਜਾਂ ਤੁਕਾਂ ਦੀ ਵਿਆਖਿਆ ਆਪਣੇ ਸ਼ਬਦਾਂ ਵਿੱਚ ਕਰੋ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਕੀ ਕਹਿੰਦਾ ਕਵੀ? ਇਹਨਾਂ ਕਾਵਿ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਮੈਂ ਸਮੇਂ ਨੂੰ ਰੋਕਣ ਲਈ ਉਸ ਦੇ ਅੱਗੇ ਬਹੁਤ ਤਰਲੇ ਮਿੰਨਤਾਂ ਕੀਤੀਆਂ, ਪਰ ਉਸਨੇ ਮੇਰੀ ਇੱਕ ਵੀ ਗੱਲ ਨਾ ਮੰਨੀ। ਮੈਂ ਉਸ ਨੂੰ ਫੜ ਫੜ ਕੇ ਆਪਣੇ ਵੱਲ ਖਿੱਚਣ ਦੀ ਵੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਮੇਰੇ ਕੋਲੋਂ ਪੱਲਾ ਛੁਡਾ ਕੇ ਮੇਰੇ ਤੋਂ ਦੂਰ ਚਲਾ ਗਿਆ। ਸੋ ਬੇਟਾ ਜਿਹੜੀਆਂ ਇਹ ਲਾਈਨਾਂ ਨੇ ਇਹਦੇ ਵਿੱਚ ਕਵੀ ਇਹੀ ਬਿਆਨ ਕਰਦਾ ਕਿ ਕਿੰਨੇ ਮਰਜ਼ੀ ਤਰਲੇ ਮਿੰਨਤਾਂ ਕਰ ਲਓ ਸਮੇਂ ਦੇ, ਉਹਨੇ ਆਪਣੀ ਕੰਨੀ ਖਿਸਕਾ ਕੇ ਭਾਵ ਆਪਣਾ ਪੱਲਾ ਛੁਡਾ ਕੇ ਚਲਿਆ ਜਾਣਾ। 2 ਨੰਬਰ ਜੋ ਕਵਿਤਾ ਭਾਗ ਦੀਆਂ ਲਾਈਨਾਂ ਨੇ ਉਹਨੂੰ ਪੜ੍ਹਦੇ ਹਾਂ ਕਿ ਕਿਵੇਂ ਨਾ ਸਕੀ ਰੋਕ, ਅਟਕ ਜੋ ਪਾਏ ਭੰਨੀ, ਤ੍ਰਿਖੇ ਆਪਣੇ ਵੇਗ, ਗਿਆ ਟੱਪ ਬੰਨੇ ਬੰਨੀ। ਇਹਨਾਂ ਲਾਈਨਾਂ ਵਿੱਚ ਕਵੀ ਕੀ ਕਹਿੰਦਾ ਹੈ? ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਮੈਂ ਸਮੇਂ ਦੇ ਤੇਜ਼ ਵੇਗ ਨੂੰ ਰੋਕਣ ਵਿੱਚ ਕਾਮਯਾਬ ਨਾ ਹੋ ਸਕਿਆ। ਨਾਕਾਮਯਾਬ ਤਾਂ ਰਹਿ ਹੀ ਰਿਹਾ, ਮਤਲਬ ਨਾਕਾਮਯਾਬ ਅਸੀਂ ਕਿਹਨੂੰ ਕਹਾਂਗੇ? ਜੋ ਸਮੇਂ ਨੂੰ ਰੋਕ ਨਾ ਸਕੇ ਉਹ ਕਹਾਂਗੇ ਨਾਕਾਮਯਾਬ। ਅਤੇ ਜੇ ਅਸੀਂ ਕਹਾਂਗੇ ਕਾਮਯਾਬ ਕੌਣ ਹੋਊਗਾ? ਜੋ ਸਮੇਂ ਨੂੰ ਰੋਕ ਲਵੇ। ਹੁਣ ਜਿਹੜਾ ਕਵੀ ਆ ਵੀ ਮੈਂ ਸਮੇਂ ਦੇ ਤੇਜ਼ ਵੇਗ ਅੱਗੇ ਇੰਨੀਆਂ ਰੁਕਾਵਟਾਂ ਪੈਦਾ ਕੀਤੀਆਂ, ਉਹਦੇ ਅੱਗੇ ਖੜ੍ਹਿਆ, ਉਹਦੇ ਅੱਗੇ ਹੱਥ ਜੋੜੇ, ਗੋਡਿਆਂ ਪਰਨੇ ਹੋ ਕੇ ਸਮੇਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਹਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਉਸ ਦੇ ਰਸਤੇ ਵਿੱਚ ਮੈਂ ਜੋ ਵੀ ਰੁਕਾਵਟ ਪਾਈ ਉਸਨੇ ਉਹਨਾਂ ਸਾਰੀਆਂ ਰੁਕਾਵਟਾਂ ਨੂੰ ਤੋੜ ਦਿੱਤਾ। ਆਪਣੀ ਤਿੱਖੀ ਚਾਲ ਦੇ ਨਾਲ ਉਹ ਸਭ ਸੀਮਾਵਾਂ ਨੂੰ ਪਾਰ ਕਰਕੇ ਅੱਗੇ ਵਧਦਾ ਗਿਆ, ਸਮਾਂ ਨਹੀਂ ਰੁਕਿਆ। ਭਾਈ ਵੀਰ ਸਿੰਘ ਨੇ ਸਮੇਂ ਬਾਰੇ ਕੀ ਕਿਹਾ ਹੈ? ਉੱਤਰ ਹੈ ਕਿ ਭਾਈ ਵੀਰ ਸਿੰਘ ਨੇ ਸਮੇਂ ਦੇ ਨਿਰੰਤਰ ਚੱਲਦੇ ਰਹਿਣ ਬਾਰੇ ਕਿਹਾ ਹੈ। ਕਵੀ ਕਹਿੰਦਾ ਹੈ ਕਿ ਸਮਾਂ ਨਿਰੰਤਰ ਗਤੀਸ਼ੀਲ ਹੈ, ਇਹ ਨਾ ਹੀ ਰੁਕਦਾ ਹੈ ਅਤੇ ਨਾ ਹੀ ਕਦੇ ਵਾਪਸ ਆਉਂਦਾ ਹੈ। ਇਸ ਲਈ ਵਰਤਮਾਨ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ। ਸੋ ਜਿਵੇਂ ਅਸੀਂ ਕਹਿੰਦੇ ਹੁੰਦੇ ਨੇ ਸਿਆਣੇ ਕਿ ਕੱਲ੍ਹ ਕਦੇ ਨਹੀਂ ਆਉਂਦੀ। ਸੋ ਜਿਹੜਾ ਸਮਾਂ ਅੱਜ ਚਲਾ ਗਿਆ ਉਹ ਸਮਾਂ ਦੂਸਰੇ ਦਿਨ ਨਹੀਂ ਪਰਤਦਾ। ਸੋ ਜੋ ਪ੍ਰੈਜੈਂਟ ਹੈ, ਜੋ ਵਰਤਮਾਨ ਹੈ, ਜੋ ਚੱਲ ਰਿਹਾ ਸਮਾਂ, ਉਸ ਦੀ ਕਦਰ ਕਰੋ, ਇਹੀ ਸਮੇਂ ਦੀ ਸੰਭਾਲ ਹੈ। ਪ੍ਰਸ਼ਨ ਨੰਬਰ 6, ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ? ਉੱਤਰ ਹੈ ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਸਮੇਂ ਦਾ ਸਦ ਉਪਯੋਗ ਕਰਨਾ ਚਾਹੀਦਾ ਹੈ।
ਸਦ ਉਪਯੋਗ ਤੋਂ ਭਾਵ ਹੁੰਦਾ ਬੇਟਾ ਸਹੀ ਵਰਤੋਂ, ਯੋਗ ਵਰਤੋਂ, ਸਮੇਂ ਦੀ ਕਦਰ। ਸਮੇਂ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਜੋ ਕੰਮ ਅਸੀਂ ਸਵੇਰੇ 5 ਵਜੇ ਉੱਠ ਕੇ ਕਰਨਾ, ਉਹਨੂੰ 10 ਵਜੇ ਜਦੋਂ ਬੇਟਾ ਕਰਾਂਗੇ ਤਾਂ ਸਮਝ ਲਓ 5 ਘੰਟੇ ਦਾ ਜਿਹੜਾ ਸਮਾਂ ਸੀ ਕੀਮਤੀ, ਉਹ ਅਸੀਂ ਗਵਾ ਦਿੱਤਾ। ਸਮੇਂ ਦੇ ਹਰ ਪਲ ਦੀ ਕਦਰ ਕਰਦਿਆਂ ਹੋਇਆਂ ਇਸ ਵਾਂਗ ਗਤੀਸ਼ੀਲ ਰਹਿਣਾ ਚਾਹੀਦਾ ਹੈ। ਕਹਿੰਦੇ ਜਿਵੇਂ ਸਮਾਂ ਰੁਕਦਾ ਨਹੀਂ, ਉਸੇ ਤਰ੍ਹਾਂ ਸਾਨੂੰ ਵੀ ਨਿਰੰਤਰ ਆਪਣੇ ਜੀਵਨ ਦੇ ਵਿੱਚ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ, ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ। 7 ਨੰਬਰ ਕੁਐਸਚਨ ਹੈ ਕਿ ਕਵੀ ਸਮੇਂ ਨੂੰ ਰੋਕਣ ਲਈ ਕੀ ਯਤਨ ਕਰਦਾ ਹੈ? ਕੀ ਕਰਦਾ ਹੈ ਕਵੀ ਇਸਤਰੀ ਰੂਪ ਦੇ ਵਿੱਚ ਆ ਕੇ? ਉੱਤਰ ਹੈ ਕਵੀ ਸਮੇਂ ਨੂੰ ਰੋਕਣ ਲਈ ਉਸ ਦੇ ਰਾਸਤੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਪਾਉਂਦਾ ਹੈ। ਉਹ ਸਮੇਂ ਨੂੰ ਰੋਕਣ ਲਈ ਉਸ ਦੇ ਤਰਲੇ ਮਿੰਨਤਾਂ ਪਾਉਂਦਾ ਹੈ ਅਤੇ ਉਸ ਨੂੰ ਫੜ ਕੇ ਆਪਣੇ ਵੱਲ ਖਿੱਚਣ ਦਾ ਯਤਨ ਕਰਦਾ ਹੈ। ਉਸ ਦੀਆਂ ਸਾਰੀਆਂ ਹੀ ਕੋਸ਼ਿਸ਼ਾਂ ਅਸਫਲ ਹੋ ਗਈਆਂ ਅਤੇ ਸਮਾਂ ਆਪਣੀ ਤੇਜ਼ ਚਾਲ ਚੱਲਦਿਆਂ ਹੋਇਆ, ਸਾਰੀਆਂ ਹੱਦਾਂ ਪਾਰ ਕਰਦਾ ਹੋਇਆ ਆਪਣੀ ਮੰਜ਼ਿਲ ਵੱਲ ਵੱਧਦਾ ਗਿਆ। ਸੋ ਕਵੀ ਨੇ ਬੇਟਾ ਉਹਨੂੰ ਮਿੰਨਤਾਂ ਕੀਤੀਆਂ, ਤਰਲੇ ਕੀਤੇ, ਰਾਹ ਦੇ ਵਿੱਚ ਬਹੁਤ ਸਾਰੇ ਉਹਦੇ ਅੜਚਣ ਲਾਏ। ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਸੀ ਕਵੀ ਦੀਆਂ ਇਸਤਰੀ ਰੂਪ ਜਦੋਂ ਬਣ ਕੇ ਮਿੰਨਤਾਂ ਕਰਦਾ, ਤੇ ਸਾਰੀਆਂ ਫੇਲ ਹੋ ਜਾਂਦੀਆਂ ਨੇ, ਅਤੇ ਸਮਾਂ ਕਿਸੇ ਦੇ ਰੋਕਿਆ ਨਹੀਂ ਰੁਕਦਾ, ਉਹ ਚਲਿਆ ਜਾਂਦਾ ਹੈ। ਪ੍ਰਸ਼ਨ ਨੰਬਰ 8, ਸਮਾਂ ਕਵਿਤਾ ਦਾ ਸੰਖੇਪ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਸੋ ਬੇਟਾ ਜੋ ਵੀ ਸਮੇਂ ਬਾਰੇ ਅਸੀਂ ਲਾਈਨਾਂ ਪੜ੍ਹੀਆਂ, ਕਵਿਤਾ ਦੇ ਅਰਥ ਪੜ੍ਹੇ, ਜੋ ਵੀ ਚੀਜ਼ ਅਸੀਂ ਸਮਝੇ, ਉਹ ਸਾਰੀਆਂ ਇਹਦੇ ਸਾਰ ਦੇ ਅੰਦਰ ਲਿਖ ਸਕਦੇ ਹਾਂ। ਜਿਵੇਂ ਕਿ ਸਮਾਂ ਕਵਿਤਾ ਵਿੱਚ ਸਮੇਂ ਦੀ ਨਿਰੰਤਰ ਚਾਲ ਬਾਰੇ ਦੱਸਿਆ ਗਿਆ ਹੈ ਕਿ ਲਗਾਤਾਰ ਚੱਲਦਾ ਰਹਿੰਦਾ ਹੈ ਸਮਾਂ। ਸਮਾਂ ਆਪਣੀ ਨਿਰੰਤਰ ਚਾਲ ਨਾਲ ਚੱਲਦਾ ਰਹਿੰਦਾ ਹੈ। ਇਸ ਦੇ ਰਸਤੇ ਵਿੱਚ ਚਾਹੇ ਜਿੰਨੀਆਂ ਮਰਜ਼ੀ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਪਰ ਇਹ ਸਭ ਰੁਕਾਵਟਾਂ ਨੂੰ ਪਾਰ ਕਰਦਾ ਅੱਗੇ ਲੰਘ ਜਾਂਦਾ ਹੈ। ਸਮੇਂ ਦਾ ਹਮੇਸ਼ਾ ਸਦ ਉਪਯੋਗ ਕਰਨਾ ਚਾਹੀਦਾ ਹੈ, ਕਿਉਂਕਿ ਲੰਘਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ। ਪ੍ਰਸ਼ਨ ਨੰਬਰ 9, ਕਵੀ ਨੇ ਸਮੇਂ ਦਾ ਮਾਨਵੀਕਰਨ ਕਿਵੇਂ ਕੀਤਾ ਹੈ? ਵੀ ਸਮੇਂ ਨੂੰ ਮਨੁੱਖ ਦੇ ਰੂਪ ਦੇ ਵਿੱਚ ਕਿਵੇਂ ਪੇਸ਼ ਕੀਤਾ ਹੈ? ਉੱਤਰ ਹੈ ਕਿ ਕਵੀ ਕਹਿੰਦਾ ਹੈ ਕਿ ਸਮਾਂ ਮੇਰੇ ਵਾਸਤਿਆਂ ਦੀ ਇੱਕ ਨਹੀਂ ਮੰਨਦਾ। ਜਿਵੇਂ ਇੱਕ ਮਨੁੱਖ ਨਹੀਂ ਮੰਨਦਾ, ਉੱਥੇ ਇੱਕ ਮਨੁੱਖ ਦੇ ਰੂਪ ਵਿੱਚ ਜਿਹੜਾ ਕਵੀ ਨੇ ਸਮੇਂ ਨੂੰ ਪੇਸ਼ ਕੀਤਾ, ਵੀ ਜਿਵੇਂ ਮਨੁੱਖ ਨਹੀਂ ਮੰਨਦਾ ਉਸੇ ਤਰ੍ਹਾਂ ਸਮਾਂ ਨਹੀਂ ਮੰਨ ਰਿਹਾ। ਉਸ ਨੂੰ ਰੋਕਣ ਲਈ ਕਵੀ ਨੇ ਬੜੇ ਤਰਲੇ ਮਿੰਨਤਾਂ ਕੀਤੀਆਂ। ਕਿਸ ਨੂੰ? ਸਮੇਂ ਨੂੰ। ਕਿਹਦੇ ਰੂਪ ਦੇ ਵਿੱਚ ਪੇਸ਼ ਕੀਤਾ? ਮਨੁੱਖ ਦੇ ਰੂਪ ਦੇ ਵਿੱਚ। ਮੈਂ ਬੜੀਆਂ ਤਰਲੇ ਮਿੰਨਤਾਂ ਕੀਤੀਆਂ ਪਰ ਨਹੀਂ ਰੁਕਿਆ। ਪਰ ਉਸ ਸਮੇਂ ਨੇ ਉਸ ਦੀਆਂ ਗੱਲਾਂ ਦੀ ਰਤਾ ਪ੍ਰਵਾਹ ਨਹੀਂ ਕੀਤੀ ਅਤੇ ਆਪਣੀ ਚਾਲੇ ਚੱਲਦਾ ਰਿਹਾ, ਅਤੇ ਸਭ ਰੋਕਾਂ ਨੂੰ ਆਪਣੀ ਤਿੱਖੀ ਚਾਲ ਨਾਲ ਟੱਪਦਾ ਲੰਘ ਗਿਆ। ਇੰਝ ਕਵੀ ਨੇ ਉਸ ਦਾ ਮਾਨਵੀਕਰਨ ਕੀਤਾ ਹੈ। ਮਾਨਵੀਕਰਨ ਤੋਂ ਬੇਟਾ ਭਾਵ ਹੈ ਕਿ ਸਮੇਂ ਨੂੰ ਮਨੁੱਖ ਦੇ ਰੂਪ 'ਚ ਕਿਵੇਂ ਪੇਸ਼ ਕੀਤਾ ਕਵੀ ਨੇ। ਸੋ ਬੇਟਾ ਉਹ ਹੈ ਕਿ ਕਵੀ ਆਪ ਇਸਤਰੀ ਬਣ ਗਿਆ ਹੈ ਅਤੇ ਸਮੇਂ ਨੂੰ ਮਨੁੱਖ ਬਣਾ ਦਿੱਤਾ ਹੈ। ਸੋ ਇਸਤਰੀ ਜਿਵੇਂ ਆਪਣੇ ਪਤੀ ਦੀਆਂ ਮਿੰਨਤਾਂ ਕਰਦੀ ਆ, ਉਹ ਨਹੀਂ ਰੁਕਦਾ, ਉਸੇ ਤਰ੍ਹਾਂ ਸਮਾਂ ਇੱਕ ਮਨੁੱਖ ਦੇ ਰੂਪ ਵਿੱਚ ਕਵੀ ਨੇ ਸਮੇਂ ਨੂੰ ਪੇਸ਼ ਕੀਤਾ ਹੈ। ਸੋ ਬੇਟਾ ਇਹ ਕਵਿਤਾ ਨਾਲ ਸੰਬੰਧਿਤ ਬਹੁਤ ਸਾਰੇ ਵਸਤੂਨਿਸ਼ਟ ਤੁਹਾਨੂੰ ਸਵਾਲ ਪੁੱਛੇ ਜਾਣੇ ਨੇ ਪੇਪਰ ਦੇ ਵਿੱਚ। ਸੋ ਆਓ ਇਸ ਕਵਿਤਾ ਨਾਲ ਸੰਬੰਧਿਤ ਕੁਝ ਵਸਤੂਨਿਸ਼ਟ ਪ੍ਰਸ਼ਨਾਂ 'ਤੇ ਝਾਤ ਮਾਰਦੇ ਹਾਂ। ਪਹਿਲਾ ਸਵਾਲ ਹੈ ਕਿ ਸਮੇਂ ਨੂੰ ਕੌਣ ਕਾਬੂ ਵਿੱਚ ਨਹੀਂ ਰੱਖ ਸਕਦਾ? 4 ਆਪਸ਼ਨਾਂ ਦੇ ਵਿੱਚੋਂ ਉੱਤਰ ਹੈ ਐੜਾ, ਮਨੁੱਖ। ਸਮਾਂ ਕਵਿਤਾ ਦਾ ਲੇਖਕ ਕੌਣ ਹੈ? 4 ਆਪਸ਼ਨਾਂ ਵਿੱਚੋਂ ਹੈ ਈੜੀ, ਭਾਈ ਵੀਰ ਸਿੰਘ ਜੀ। 3 ਨੰਬਰ ਸਵਾਲ ਹੈ ਕਿ ਪੱਲਾ ਛੁਡਾ ਕੇ ਕੌਣ ਖਿਸਕ ਗਿਆ ਹੈ? 4 ਆਪਸ਼ਨਾਂ ਵਿੱਚੋਂ ਪਹਿਲੀ ਹੈ ਊੜਾ, ਸਮਾਂ। 4 ਨੰਬਰ ਸਵਾਲ ਹੈ ਕਿ ਕਵੀ ਕਿਸ ਰੂਪ ਵਿੱਚ ਆਪਣੇ ਵਿਚਾਰ ਬਿਆਨ ਕਰ ਰਿਹਾ ਹੈ? 4 ਆਪਸ਼ਨਾਂ ਵਿੱਚੋਂ ਆਪਸ਼ਨ ਐੜਾ ਉੱਤਰ ਹੈ ਇਸਤਰੀ ਰੂਪ ਵਿੱਚ। 5 ਨੰਬਰ ਸਵਾਲ, ਧਰੀਕ ਸ਼ਬਦ ਤੋਂ ਕੀ ਭਾਵ ਹੈ? 4 ਵਿੱਚੋਂ ਉੱਤਰ ਹੈ ਊੜਾ, ਖਿੱਚਣਾ। ਵੇਗ ਤੋਂ ਕੀ ਭਾਵ ਹੈ? 6 ਨੰਬਰ ਸਵਾਲ, ਉੱਤਰ ਈੜੀ, ਪ੍ਰਵਾਹ। ਵੇਗ ਤੋਂ ਭਾਵ ਚਲੇ ਜਾਣਾ, ਚੱਲਦੇ ਰਹਿਣਾ। 7 ਨੰਬਰ ਸਵਾਲ ਹੈ ਉਡੰਦਾ ਸ਼ਬਦ ਦਾ ਅਰਥ ਹੈ? 4 ਵਿੱਚੋਂ ਉੱਤਰ ਹੈ ਊੜਾ, ਉੱਡਦਾ। 8 ਨੰਬਰ ਸਵਾਲ ਹੈ ਯਾਮ ਦਾ ਸ਼ਬਦ ਦਾ ਅਰਥ ਹੈ? 4 ਵਿੱਚੋਂ ਆਨਸਰ ਹੈ ਈੜੀ, ਜਾਂਦਾ। ਆਮਦਾ ਤੋਂ ਭਾਵ ਸ਼ਬਦ ਅਰਥ ਹੈ
ਊੜਾ। 4 ਵਿੱਚੋਂ ਆਨਸਰ ਪਹਿਲਾ ਹੈ ਊੜਾ। ਆਮਦਾ ਤੋਂ ਭਾਵ ਹੈ ਆਉਂਦਾ। 10 ਨੰਬਰ ਸਵਾਲ ਹੈ ਕਿ ਤ੍ਰਿਖੇ ਸ਼ਬਦ ਦਾ ਕੀ ਅਰਥ ਹੈ। ਤ੍ਰਿਖੇ ਤੋਂ ਭਾਵ 4 ਆਪਸ਼ਨਾਂ ਵਿੱਚੋਂ ਪਹਿਲੀ ਆਪਸ਼ਨ ਉੱਤਰ ਹੈ ਤੇਜ਼। 11 ਨੰਬਰ ਸਵਾਲ ਹੈ ਕਿ ਸਮਾਂ ਕਵਿਤਾ ਵਿੱਚ ਕਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਉੱਤਰ ਹੈ ਈੜੀ, ਸਮੇਂ ਨੂੰ। 12 ਨੰਬਰ ਸਵਾਲ ਹੈ ਕਿ ਸਮਾਂ ਕਵਿਤਾ ਵਿੱਚ ਕਿਸ ਦੀ ਸੰਭਾਲ ਕਰਨ ਲਈ ਕਿਹਾ ਗਿਆ ਹੈ। 4 ਆਪਸ਼ਨਾਂ ਵਿੱਚੋਂ ਈੜੀ ਜੋ ਆਨਸਰ ਹੈ ਉਹ ਹੈ ਸਮੇਂ ਦੀ। ਕਵਿਤਾ ਸਮਾਂ ਵਿੱਚ ਕੌਣ ਪੱਲਾ ਛੁਡਾ ਕੇ ਖਿਸਕ ਗਿਆ ਹੈ। 4 ਆਪਸ਼ਨਾਂ ਵਿੱਚੋਂ ਉੱਤਰ ਹੈ ਈੜੀ, ਸਮਾਂ। ਸਮਾਂ ਪੱਲਾ ਖਿਸਕਾ ਕੇ ਚਲਾ ਗਿਆ ਹੈ, ਜਿਸ ਨੂੰ ਮਨੁੱਖ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਕਵੀ ਵੱਲੋਂ। 14 ਨੰਬਰ ਹੈ ਕਿ ਅਟਕ ਤੋਂ ਕੀ ਭਾਵ ਹੈ। ਉੱਤਰ ਹੈ ਊੜਾ, ਜਿਹੜਾ ਰੁਕ ਨਾ ਸਕਦਾ ਹੋਵੇ। ਅੱਗੇ ਹੈ 15 ਨੰਬਰ ਸਵਾਲ ਹੈ ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ। 4 ਆਪਸ਼ਨਾਂ ਵਿੱਚੋਂ ਆਪਸ਼ਨ ਹੈ ਈੜੀ, ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਕਹਿੰਦੇ ਨੇ ਕਿ ਜੋ ਸਮੇਂ ਦੀ ਕਦਰ ਨਹੀਂ ਕਰਦਾ, ਸਮਾਂ ਉਹਨਾਂ ਦੀ ਕਦਰ ਨਹੀਂ ਕਰਦਾ। 16 ਨੰਬਰ ਸਵਾਲ ਹੈ ਕਿ ਸਮਾਂ ਆਪਣੀ ਗਤੀ ਨਾਲ ਚੱਲਦਾ ਰਹਿੰਦਾ ਹੈ। ਉੱਤਰ ਊੜਾ। 4 ਵਿੱਚੋਂ ਪਹਿਲਾ ਉੱਤਰ ਹੈ ਹਾਂ, ਸਮਾਂ ਆਪਣੀ ਗਤੀ ਨਾਲ ਹੀ ਚੱਲਦਾ ਰਹਿੰਦਾ ਹੈ। 17 ਨੰਬਰ ਸਵਾਲ ਹੈ ਕਿ ਸਮਾਂ ਕਵਿਤਾ ਵਿੱਚ ਕਵੀ ਨੇ ਸਮੇਂ ਦਾ ਕਿਹੜਾ ਸੁਭਾਅ ਬਿਆਨ ਕੀਤਾ ਹੈ। 4 ਆਪਸ਼ਨਾਂ ਵਿੱਚੋਂ ਆਪਸ਼ਨ ਐੜਾ ਆਨਸਰ ਹੈ ਚਲਾਏਮਾਨ। ਚਲਾਏਮਾਨ ਤੋਂ ਭਾਵ ਹੈ ਜੋ ਚੱਲਦਾ ਰਹੇ, ਕਦੇ ਰੁਕੇ ਨਾ। ਸੋ ਬੇਟਾ ਜਿਵੇਂ ਦਿਨ ਤੋਂ ਬਾਅਦ ਰਾਤ ਹੁੰਦੀ ਆ, ਸੂਰਜ ਵੀ ਛਿਪ ਜਾਂਦਾ, ਤਾਰੇ ਵੀ ਛਿਪ ਜਾਂਦੇ ਨੇ ਸਵੇਰ ਹੋਣ 'ਤੇ ਮਨੁੱਖ ਵੀ ਬੇਟਾ ਸਾਰਾ ਦਿਨ ਚੱਲ ਕੇ ਸ਼ਾਮ ਨੂੰ ਦਮ ਲੈਂਦਾ। ਸੋ ਜਿਹੜਾ ਸਮਾਂ ਉਸ ਸਮੇਂ ਦੀ ਸੂਈ ਕਦੇ ਨਹੀਂ ਰੁਕਦੀ। ਸੋ ਨਦੀ ਦਾ ਜਿਹੜਾ ਪਾਣੀ ਆ, ਜੋ ਨਦੀਆਂ ਨੇ ਉਹ ਵੀ ਸਾਰੀ ਰਾਤ ਚੱਲਦੀਆਂ ਰਹਿੰਦੀਆਂ ਨੇ। ਸੋ ਜੋ ਚੀਜ਼ ਚੱਲਦੀ ਰਹਿੰਦੀ ਆ ਉਹ ਸਾਫ਼ ਸੁਥਰੀ ਅਤੇ ਲੰਮਾ ਜੀਵਨ ਬਤੀਤ ਕਰਦੀ ਆ। ਸੋ ਮਨੁੱਖ ਨੂੰ ਵੀ ਇੱਥੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਸਮੇਂ ਨੂੰ ਫੜੋ, ਸਮੇਂ ਦੇ ਨਾਲ ਚੱਲੋ, ਸਮੇਂ ਨੂੰ ਸਫਲ ਕਰਨ ਲਈ ਸਮੇਂ ਦੀ ਕਦਰ ਕਰੋ। 18 ਨੰਬਰ ਸਵਾਲ ਹੈ ਕਿ ਕਵਿਤਾ ਵਿੱਚ ਕਿਸ ਨੂੰ ਸਫਲ ਕਰਨ ਲਈ ਕਿਹਾ ਗਿਆ ਹੈ। 4 ਵਿੱਚੋਂ ਆਨਸਰ ਹੈ ਐੜਾ, ਸਮੇਂ ਨੂੰ। ਸਮੇਂ ਨੂੰ ਸਫਲ ਕਰਨ ਲਈ ਕਵੀ ਜਿਹੜਾ ਇਸ ਕਵਿਤਾ ਦੇ ਵਿੱਚ ਸਾਨੂੰ ਮੋਟੀਵੇਟ ਕਰਦੇ ਨੇ, ਪ੍ਰੇਰਿਤ ਕਰਦੇ ਨੇ। ਸੋ ਉੱਪਰ ਜਿਹੜੇ ਆਪਸ਼ਨਾਂ ਸੀ ਉਹਨਾਂ ਦੇ ਉੱਤਰ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ। ਸੋ ਅੱਗੇ ਹਨ ਇੱਕ ਸ਼ਬਦ ਵਾਲੇ ਜਾਂ ਇੱਕ ਲਾਈਨ ਵਿੱਚ ਜੋ ਪ੍ਰਸ਼ਨਾਂ ਦੇ ਉੱਤਰ ਤੁਸੀਂ ਦੇਣੇ ਨੇ। ਆਓ ਪੜ੍ਹਦੇ ਹਾਂ ਕਿ ਆਧੁਨਿਕ ਕਵਿਤਾ ਦਾ ਮੋਢੀ ਕੌਣ ਹੈ। ਆਧੁਨਿਕ ਤੋਂ ਭਾਵ ਬੇਟਾ ਅੱਜ ਦੀ ਕਵਿਤਾ, ਜੋ ਅੱਜ ਦੇ ਸਮੇਂ ਦੇ ਵਿੱਚ ਜਾਂ ਪੁਰਾਤਨ ਕਵਿਤਾ ਦੇ ਵਿੱਚ ਜੋ ਨਵੀਨਤਾ ਲੈ ਕੇ ਆਏ ਸੀ, ਉਹ ਲੈ ਕੇ ਆਏ ਸੀ ਭਾਈ ਵੀਰ ਸਿੰਘ ਜੀ। ਸੋ ਭਾਈ ਵੀਰ ਸਿੰਘ ਜੀ ਨੂੰ ਆਧੁਨਿਕ ਕਵਿਤਾ ਦਾ ਮੋਢੀ ਕਵੀ ਕਿਹਾ ਜਾਂਦਾ ਹੈ। ਸੋ ਜੇ ਤੁਹਾਨੂੰ ਸਵਾਲ ਆਉਂਦਾ ਕਿ ਆਧੁਨਿਕ ਕਵਿਤਾ ਦਾ ਮੋਢੀ ਕਵੀ ਕੌਣ ਹੈ, ਤਾਂ ਤੁਸੀਂ ਉੱਤਰ ਦੇਣਾ ਹੈ ਭਾਈ ਵੀਰ ਸਿੰਘ ਜੀ। 2 ਨੰਬਰ ਸਵਾਲ ਹੈ ਕਿ ਭਾਈ ਵੀਰ ਸਿੰਘ ਦੀ ਕਿਹੜੀ ਕਾਵਿ ਪੁਸਤਕ ਨੂੰ ਸਾਹਿਤ ਅਕਾਦਮੀ ਵੱਲੋਂ ਪੁਰਸਕ੍ਰਿਤ ਕੀਤਾ ਗਿਆ ਹੈ। ਸੋ ਬੇਟਾ ਆਪਾਂ ਸਟਾਰਟਿੰਗ ਦੀ ਇੰਟਰੋਡਕਸ਼ਨ ਵਿੱਚ ਪੜ੍ਹਿਆ ਸੀ, ਉੱਤਰ ਹੈ ਮੇਰੇ ਸਾਈਆਂ ਜੀਓ। ਇਹਦੇ ਸਾਈਆਂ ਦੇ ਉੱਪਰ ਬਿੰਦੀ ਨਹੀਂ ਪਾਈ, ਆਪਾਂ ਪਾ ਸਕਦੇ ਹਾਂ ਮੇਰੇ ਸਾਈਆਂ ਜੀਓ। ਸਵਾਲ ਨੰਬਰ 3 ਕਿ ਸਮਾਂ ਕਵਿਤਾ ਦੀ ਰਚਨਾ ਕਿਸ ਨੇ ਕੀਤੀ ਹੈ। ਸੋ ਆਪਾਂ ਪੜ੍ਹ ਕੇ ਆਏ ਹਾਂ, ਉੱਤਰ ਦੇਣਾ ਹੈ ਭਾਈ ਵੀਰ ਸਿੰਘ ਜੀ। 4 ਨੰਬਰ ਸਵਾਲ ਹੈ ਕਿ ਕਵੀ ਸਮੇਂ ਨੂੰ ਰੋਕਣ ਲਈ ਕੀ ਯਤਨ ਕਰਦਾ ਹੈ। ਉੱਤਰ ਹੈ ਕਵੀ ਨੇ ਸਮੇਂ ਨੂੰ ਰੋਕਣ ਲਈ ਉਸ ਅੱਗੇ ਤਰਲੇ ਮਿੰਨਤਾਂ ਕੀਤੀਆਂ। ਉਸ ਨੇ ਸਮੇਂ ਨੂੰ ਕੰਨੀ ਤੋਂ ਫੜਨ ਦੀ ਵੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਾ ਰਿਹਾ, ਉਹ ਕਾਮਯਾਬ ਨਾ ਹੋ ਸਕਿਆ। 5 ਨੰਬਰ ਸਵਾਲ ਹੈ ਕਵਿਤਾ ਸਮਾਂ ਵਿੱਚ ਕਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਉੱਤਰ ਹੈ ਸਮੇਂ ਨੂੰ। 6 ਨੰਬਰ ਸਵਾਲ ਹੈ ਕਵਿਤਾ ਸਮਾਂ ਅਨੁਸਾਰ ਠਹਿਰਨ ਦੀ ਜਾਂਚ ਕੌਣ ਨਹੀਂ ਜਾਣਦਾ। ਉੱਤਰ ਹੈ ਸਮਾਂ। ਸਮੇਂ ਨੂੰ ਕਾਬੂ ਕਰਕੇ ਕੌਣ ਨਹੀਂ ਰੱਖ ਸਕਦਾ। ਉੱਤਰ ਹੈ ਮਨੁੱਖ। ਅਜੋਕੇ ਸਮੇਂ ਨੂੰ ਕਿਵੇਂ ਕਾਮਯਾਬ ਕੀਤਾ ਜਾ ਸਕਦਾ ਹੈ। ਉੱਤਰ ਹੈ ਕੋਈ ਸ਼ੁਭ ਕੰਮ ਕਰਕੇ, ਕੋਈ ਚੰਗਾ ਕਾਰਜ ਕਰਕੇ, ਸਮੇਂ ਦੀ ਯੋਗ ਵਰਤੋਂ ਕਰਕੇ। ਪ੍ਰਸ਼ਨ ਨੰਬਰ 9 ਕੀ ਬੀਤਿਆ ਸਮਾਂ ਮੁੜ ਕੇ ਵਾਪਸ ਆਉਂਦਾ ਹੈ। ਉੱਤਰ ਹੈ ਨਹੀਂ। ਸੋ ਬੇਟਾ ਇਹ ਸਨ 1 ਨੰਬਰ ਵਾਲੇ ਪ੍ਰਸ਼ਨਾਂ ਦੇ ਉੱਤਰ, ਅਤੇ ਉੱਪਰ ਅਸੀਂ ਓਬਜੈਕਟਿਵ ਟਾਈਪ ਜਿਹੜੇ ਸਵਾਲ ਨੇ ਸਮਾਂ ਕਵਿਤਾ ਦੇ ਸੰਬੰਧ ਵਿੱਚ ਕੀਤੇ ਹਨ। ਅਤੇ ਇਸ ਤੋਂ ਉੱਪਰ ਅਸੀਂ ਜੋ ਇਸ ਕਵਿਤਾ ਨਾਲ ਸੰਬੰਧਿਤ ਲੌਂਗ ਕੁਐਸਚਨ ਨੇ, ਜੋ ਤੁਹਾਨੂੰ ਤੁਹਾਡੇ ਐਗਜ਼ਾਮੀਨੇਸ਼ਨ
ਦੇ ਵਿੱਚ ਆਉਣਗੇ। ਪੇਪਰ ਦੇ ਵਿੱਚ ਤੁਹਾਨੂੰ ਪੁੱਛੇ ਜਾਣ ਵਾਲੇ ਲੌਂਗ ਸਵਾਲ ਵੀ ਅਸੀਂ ਕੀਤੇ ਨੇ ਅਤੇ ਉੱਪਰ ਅਸੀਂ ਇਸ ਕਵਿਤਾ ਦੇ ਜੋ ਪੈਰਾ ਨੇ ਪੈਰਿਆਂ ਨੂੰ ਵਿਆਖਿਆ ਦੇ ਰੂਪ ਵਿੱਚ ਵੀ ਪੜ੍ਹਿਆ ਹੈ। ਅਤੇ ਸੋ ਇਸ ਕਵਿਤਾ ਦੇ ਜੋ ਰਚੇਤਾ ਹਨ, ਇਸ ਕਵਿਤਾ ਨੂੰ ਲਿਖਣ ਵਾਲੇ ਕਵੀ ਭਾਈ ਵੀਰ ਸਿੰਘ ਜੀ ਬਾਰੇ ਵੀ ਅਸੀਂ ਜਿਹੜੀ ਉਪਰੋਕਤ ਕਵਿਤਾ ਦੇ ਸਟਾਰਟਿੰਗ ਦੇ ਵਿੱਚ ਜਾਣਕਾਰੀ ਹਾਸਲ ਕੀਤੀ। ਸੋ ਉਮੀਦ ਕਰਦੇ ਹਾਂ ਕਿ 9th ਕਲਾਸ ਦੇ ਸਾਰੇ ਵਿਦਿਆਰਥੀ ਸਮਾਂ ਕਵਿਤਾ ਦੇ ਇਸ ਵੀਡੀਓ ਨੂੰ ਸਮਾਂ ਕਵਿਤਾ ਦੇ ਇਹਨਾਂ ਸਵਾਲਾਂ ਨੂੰ ਜ਼ਰੂਰ ਸਮਝੇ ਹੋਣਗੇ। ਅਤੇ ਇੱਕ ਵਾਰ ਬੇਟਾ ਇਹ ਤੁਸੀਂ ਜਿਹੜੀ ਕਵਿਤਾ ਆਪਣੀ ਪਾਠ ਪੁਸਤਕ ਵਿੱਚੋਂ ਪ੍ਰਸੰਗ ਸਹਿਤ ਜ਼ਰੂਰ ਪੜ੍ਹਨ ਅਤੇ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਸੋ ਸਮਾਂ ਕਵਿਤਾ ਸੰਬੰਧੀ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਅਤੇ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ ਐਂਡ ਸਤਿ ਸ਼੍ਰੀ ਅਕਾਲ।